ਇਹ ਸਾਰੀ ਜਾਣਕਾਰੀ ਗਗਨ ਅਰੋੜਾ ਦੁਆਰਾ ਤਿਆਰ ਕੀਤੀ ਗਈ ਹੈ। ਜੇਕਰ ਤੁਹਾਨੂੰ ਵੀ ਇਤਿਹਾਸ ਦੀਆਂ ਐਸੀਆਂ ਦਿਲਚਸਪ ਕਹਾਣੀਆਂ ਪਸੰਦ ਨੇ ਤਾਂ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਦਿੱਲੀ ਸਲਤਨਤ ਬਾਰੇ। 3200 ਸਾਲਾਂ ਦਾ ਲੰਬਾ ਇਤਿਹਾਸ ਆਪਾਂ ਸਮਝਾਂਗੇ ਸਿਰਫ 5 ਮਿੰਟਾਂ ਵਿੱਚ। ਤਾਂ ਸਭ ਤੋਂ ਪਹਿਲਾਂ ਇੱਕ ਸਵਾਲ ਸੋਚ ਕੇ ਵੇਖੋ, 300 ਸਾਲਾਂ ਤੋਂ ਵੀ ਵੱਧ ਸਮਾਂ 5 ਵੱਖ-ਵੱਖ ਖਾਨਦਾਨਾਂ ਨੇ ਇੱਕੋ ਰਾਜਧਾਨੀ ਤੋਂ ਹਿੰਦੁਸਤਾਨ ਤੇ ਰਾਜ ਕੀਤਾ। ਆਖਿਰ ਇਹ ਸਾਮਰਾਜ ਬਣਿਆ ਕਿਵੇਂ? ਤੇ ਫਿਰ ਇਸ ਦਾ ਅੰਤ ਕਿਉਂ ਹੋਇਆ? ਅੱਛਾ, ਇੱਕ ਗੱਲ ਸਾਫ਼ ਕਰ ਲਈਏ, ਜਦੋਂ ਆਪਾਂ ਦਿੱਲੀ ਸਲਤਨਤ ਕਹਿੰਦੇ ਆ ਤਾਂ ਇਹ ਕੋਈ ਇੱਕ ਰਾਜਾ ਜਾਂ ਇੱਕ ਖਾਨਦਾਨ ਨਹੀਂ ਸੀ। ਨਹੀਂ, ਇਹ ਤਾਂ 5 ਵੱਖ-ਵੱਖ ਰਾਜਵੰਸ਼ ਸਨ ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਦਿੱਲੀ ਤੋਂ ਰਾਜ ਕੀਤਾ। ਤਾਂ ਆਪਾਂ ਇਸ ਕਹਾਣੀ ਨੂੰ ਕਿਵੇਂ ਸਮਝਾਂਗੇ? ਪਹਿਲਾਂ ਦੇਖਾਂਗੇ ਕਿ ਸਾਮਰਾਜ ਬਣਿਆ ਕਿਵੇਂ, ਫਿਰ ਗੱਲ ਕਰਾਂਗੇ ਪਹਿਲੇ ਰਾਜਵੰਸ਼ਾਂ ਦੀ, ਤੁਗਲਕ ਯੁੱਗ ਦੀ, ਫਿਰ ਸਲਤਨਤ ਦੇ ਪਤਨ ਦੀ ਤੇ ਅਖੀਰ 'ਚ ਇਸ ਦੀ ਵਿਰਾਸਤ ਤੇ ਇੱਕ ਨਜ਼ਰ ਮਾਰਾਂਗੇ। ਇਹ ਦੇਖੋ, 1206 ਤੋਂ ਲੈ ਕੇ 1526 ਤੱਕ ਦਾ ਸਫ਼ਰ। ਮਾਮਲੂਕ, ਖਿਲਜੀ, ਤੁਗਲਕ, ਸੱਯਦ ਤੇ ਫਿਰ ਲੋਧੀ ਵੰਸ਼। ਚਲੋ ਫਿਰ ਕਹਾਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਮਾਮਲੂਕ ਵੰਸ਼ ਤੋਂ। ਤਾਂ ਇੱਕ ਸਾਮਰਾਜ ਦਾ ਜਨਮ। ਗੱਲ ਕਰਦੇ ਹਾਂ ਮਾਮਲੂਕ ਯਾਨੀ ਗੁਲਾਮ ਵੰਸ਼ ਦੀ। ਇਸ ਵੰਸ਼ ਦੀ ਸ਼ੁਰੂਆਤ ਕੀਤੀ ਕੁਤੁਬ-ਉਦ-ਦੀਨ ਐਬਕ ਨੇ, ਜਿਸ ਨੇ ਕੁਤੁਬ ਮੀਨਾਰ ਬਣਵਾਉਣਾ ਸ਼ੁਰੂ ਕੀਤਾ। ਪਰ ਅਸਲ ਨੇ ਰੱਖੀ ਇਲਤੁਤਮਿਸ਼ ਨੇ, ਜਿਸ ਨੇ ਟੰਕਾ ਤੇ ਜੀਤਲ ਨਾਂ ਦੇ ਸਿੱਕੇ ਚਲਾਏ। ਤੇ ਫਿਰ ਇਤਿਹਾਸ ਨੇ ਇੱਕ ਅਨੋਖਾ ਮੋੜ ਲਿਆ। ਰਜ਼ੀਆ ਸੁਲਤਾਨਾ, ਦਿੱਲੀ ਦੀ ਪਹਿਲੀ ਤੇ ਇਕਲੌਤੀ ਮਹਿਲਾ ਸ਼ਾਸਕ। ਤੇ ਅਖੀਰ 'ਚ ਆਇਆ ਬਲਬਨ, ਜਿਹੜਾ ਆਪਣੀ ਖੂਨ ਤੇ ਲੋਹੇ ਦੀ ਸਖਤ ਨੀਤੀ ਕਰਕੇ ਜਾਣਿਆ ਜਾਂਦਾ ਸੀ। ਰਜ਼ੀਆ ਸੁਲਤਾਨਾ ਦਾ ਰਾਜ ਭਾਵੇਂ ਬਹੁਤਾ ਲੰਮਾ ਨਹੀਂ ਸੀ, ਸਿਰਫ 4 ਸਾਲ। ਪਰ ਜ਼ਰਾ ਸੋਚੋ, 13ਵੀਂ ਸਦੀ ਵਿੱਚ ਇੱਕ ਔਰਤ ਦਾ ਦਿੱਲੀ ਦੇ ਤਖਤ ਤੇ ਬੈਠਣਾ, ਇਹ ਕੋਈ ਛੋਟੀ ਗੱਲ ਨਹੀਂ ਸੀ। ਉਹ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ, ਇੱਕ ਅਸਲੀ ਗੇਮ ਚੇਂਜਰ। ਮਮਲੂਕਾਂ ਤੋਂ ਬਾਅਦ ਆਏ ਖਿਲਜੀ, ਤੇ ਇਹਨਾਂ ਦੇ ਆਉਣ ਨਾਲ ਸ਼ੁਰੂ ਹੋਇਆ ਸਲਤਨਤ ਦੇ ਵਿਸਤਾਰ ਦਾ ਦੌਰ। ਅਲਾਉਦੀਨ ਖਿਲਜੀ, ਇਸ ਦਾ ਨਾਂ ਸੁਣਦਿਆਂ ਹੀ ਇੱਕ ਮਹਾਨ ਜੇਤੂ ਦੀ ਤਸਵੀਰ ਸਾਹਮਣੇ ਆਉਂਦੀ ਹੈ। ਇੱਕ ਪਾਸੇ ਉਸਨੇ ਮੰਗੋਲਾਂ ਦੇ ਹਮਲਿਆਂ ਨੂੰ ਵਾਰ-ਵਾਰ ਰੋਕਿਆ, ਦੂਜੇ ਪਾਸੇ ਆਪਣੇ ਜਰਨੈਲ ਮਲਿਕ ਕਾਫੂਰ ਨੂੰ ਦੱਖਣ ਭਾਰਤ ਤੱਕ ਜਿੱਤਣ ਲਈ ਭੇਜਿਆ। ਤੇ ਸਭ ਤੋਂ ਹੈਰਾਨੀ ਵਾਲੀ ਗੱਲ, ਉਸਨੇ ਇੱਕ ਅਜਿਹੀ ਮਾਰਕੀਟ ਕੰਟਰੋਲ ਸਿਸਟਮ ਲਾਗੂ ਕੀਤਾ ਕਿ ਚੀਜ਼ਾਂ ਦੇ ਭਾਅ ਵਧ ਹੀ ਨਹੀਂ ਸਕਦੇ ਸਨ। ਕਮਾਲ ਦਾ ਪ੍ਰਬੰਧਕ ਸੀ। ਖਿਲਜੀਆਂ ਤੋਂ ਬਾਅਦ ਤਖਤ ਤੇ ਬੈਠੇ ਤੁਗਲਕ। ਇਹ ਸਲਤਨਤ ਦਾ ਸਭ ਤੋਂ ਲੰਬਾ ਤੇ ਕਹਿ ਲਵੋ ਸਭ ਤੋਂ ਵੱਧ ਤਜਰਬਿਆਂ ਵਾਲਾ ਦੌਰ ਸੀ। ਇਹ ਦੇਖੋ, ਇੱਕੋ ਹੀ ਖਾਨਦਾਨ ਦੇ 2 ਸੁਲਤਾਨ, ਪਰ ਸੋਚ ਕਿੰਨੀ ਵੱਖਰੀ। ਮੁਹੰਮਦ ਬਿਨ ਤੁਗਲਕ, ਇਸ ਦੇ ਫੈਸਲੇ ਬਹੁਤ ਵੱਡੇ ਸਨ ਪਰ ਅਕਸਰ ਫੇਲ ਹੋ ਜਾਂਦੇ ਸਨ, ਜਿਵੇਂ ਦਿੱਲੀ ਤੋਂ ਰਾਜਧਾਨੀ ਬਦਲ ਕੇ ਦੌਲਤਾਬਾਦ ਲੈ ਗਿਆ ਜਾਂ ਟੋਕਨ ਕਰੰਸੀ ਚਲਾਈ ਜੋ ਚੱਲੀ ਨਹੀਂ। ਦੂਜੇ ਪਾਸੇ ਉਸ ਦਾ ਭਰਾ ਫਿਰੋਜ਼ ਸ਼ਾਹ ਤੁਗਲਕ, ਉਸਨੇ ਲੋਕਾਂ ਲਈ ਕੰਮ ਕੀਤਾ, ਨਹਿਰਾਂ ਬਣਵਾਈਆਂ, ਸ਼ਹਿਰ ਵਸਾਏ। ਇੱਕੋ ਪਰਿਵਾਰ ਪਰ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ। ਪਰ ਤੁਗਲਕਾਂ ਤੋਂ ਬਾਅਦ ਸਲਤਨਤ ਦੀ ਤਾਕਤ ਘਟਣੀ ਸ਼ੁਰੂ ਹੋ ਗਈ ਤੇ ਇਸ ਪਤਨ ਦੀ ਸ਼ੁਰੂਆਤ ਹੋਈ ਸੱਯਦ ਵੰਸ਼ ਨਾਲ। ਕਹਿੰਦੇ ਨੇ ਹਰ ਜ਼ੰਜੀਰ ਦੀ ਇੱਕ ਕਮਜ਼ੋਰ ਕੜੀ ਹੁੰਦੀ ਹੈ। ਦਿੱਲੀ ਸਲਤਨਤ ਲਈ ਉਹ ਕੜੀ ਸੀ ਸੱਯਦ ਵੰਸ਼। ਇਹਨਾਂ ਦਾ ਸੰਸਥਾਪਕ ਖਿਜ਼ਰ ਖਾਨ ਕਿਸੇ ਹੋਰ ਵਿਦੇਸ਼ੀ ਤਾਕਤ ਦੇ ਨਾਂ ਤੇ ਰਾਜ ਕਰਦਾ ਸੀ। ਇਸ ਦੌਰ 'ਚ ਸਲਤਨਤ ਦੀ ਪਕੜ ਬਹੁਤ ਢਿੱਲੀ ਪੈ ਗਈ ਸੀ। ਤੇ ਫਿਰ ਆਇਆ ਆਖਰੀ ਅਧਿਆਇ, ਲੋਧੀ ਵੰਸ਼। ਇਹ ਦਿੱਲੀ ਸਲਤਨਤ ਦਾ ਆਖਰੀ ਖਾਨਦਾਨ ਸੀ। ਇਸ ਵੰਸ਼ ਦੀ ਨੀਂਹ ਰੱਖੀ ਬਹਿਲੋਲ ਲੋਧੀ ਨੇ। ਫਿਰ ਆਇਆ ਸਿਕੰਦਰ ਲੋਧੀ, ਜਿਸ ਨੇ ਆਗਰਾ ਸ਼ਹਿਰ ਵਸਾਇਆ, ਜਿਹੜਾ ਬਾਅਦ ਵਿੱਚ ਮੁਗਲਾਂ ਦੀ ਰਾਜਧਾਨੀ ਵੀ ਬਣਿਆ। ਤੇ ਫਿਰ ਗੱਦੀ ਤੇ ਬੈਠਾ ਆਖਰੀ ਸੁਲਤਾਨ ਇਬਰਾਹਿਮ ਲੋਧੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸ ਦਾ ਰਾਜ ਇੱਕ ਵੱਡੇ ਟਕਰਾਅ ਨਾਲ ਖਤਮ ਹੋਣ ਵਾਲਾ ਹੈ, ਕਿਉਂਕਿ ਉੱਤਰ ਤੋਂ ਇੱਕ ਨਵੀਂ ਤਾਕਤ ਆ ਰਹੀ ਸੀ, ਬਾਬਰ। ਸਾਲ ਸੀ 1526, ਇੱਕ ਅਜਿਹਾ ਸਾਲ ਜਿਸ ਨੇ ਹਿੰਦੁਸਤਾਨ ਦਾ ਇਤਿਹਾਸ ਹਮੇਸ਼ਾ ਲਈ ਬਦਲ ਦਿੱਤਾ। ਇਹ ਸੀ ਪਾਣੀਪਤ ਦੀ ਪਹਿਲੀ ਲੜਾਈ। ਇੱਕ ਪਾਸੇ ਇਬਰਾਹਿਮ ਲੋਧੀ ਦੀ ਲੱਖਾਂ ਦੀ ਫੌਜ ਤੇ ਦੂਜੇ ਪਾਸੇ ਬਾਬਰ ਦੇ ਕੁਝ ਹਜ਼ਾਰ ਸਿਪਾਹੀ। ਨਤੀਜਾ, ਬਾਬਰ ਦੀ ਜਿੱਤ। ਕਿਉਂ? ਕਿਉਂਕਿ ਬਾਬਰ ਆਪਣੇ ਨਾਲ ਇੱਕ ਨਵੀਂ ਤਕਨੀਕ ਲੈ ਕੇ ਆਇਆ ਸੀ, ਤੋਪਖਾਨਾ। ਇਸ ਇੱਕ ਲੜਾਈ ਨੇ ਦਿੱਲੀ ਸਲਤਨਤ ਦਾ 320 ਸਾਲਾਂ ਦਾ ਰਾਜ ਖਤਮ ਕਰ ਦਿੱਤਾ। ਤੇ ਇਬਰਾਹਿਮ ਲੋਧੀ ਦੀ ਹਾਰ ਦਾ ਮਤਲਬ ਸੀ ਭਾਰਤ ਵਿੱਚ ਇੱਕ ਨਵੇਂ, ਹੋਰ ਵੀ ਵੱਡੇ ਸਾਮਰਾਜ ਦੀ ਸ਼ੁਰੂਆਤ, ਮੁਗਲ ਸਾਮਰਾਜ। ਤਾਂ ਆਖਰੀ ਸਵਾਲ ਇਹ ਹੈ ਕਿ 320 ਸਾਲਾਂ ਦੇ ਇਸ ਲੰਬੇ ਸਫ਼ਰ ਨੇ ਪਿੱਛੇ ਕੀ ਛੱਡਿਆ? ਦਿੱਲੀ ਸਲਤਨਤ ਖਤਮ ਹੋ ਗਈ, ਪਰ ਕੀ ਇਸ ਦੀ ਵਿਰਾਸਤ ਵੀ ਖਤਮ ਹੋ ਗਈ? ਪ੍ਰਸ਼ਾਸਨ, ਕਲਾ, ਭਾਸ਼ਾ, ਇਹਨਾਂ ਸਭ ਦੀ ਜੋ ਨੀਂਹ ਰੱਖੀ ਗਈ ਸੀ, ਉਸਨੇ ਆਉਣ ਵਾਲੇ ਮੁਗਲ ਸਾਮਰਾਜ ਨੂੰ ਅਤੇ ਅੱਜ ਦੇ ਭਾਰਤ ਨੂੰ ਕਿਵੇਂ ਪ੍ਰਭਾਵਿਤ ਕੀਤਾ? ਇਹ ਸੋਚਣ ਵਾਲੀ ਗੱਲ ਹੈ।